ब्रेक तो बाद दर्शकों का स्वागत है। ਅਸੀਂ चर्चा कर रहे हैं इस वेले ਜਿਹੜੀਆਂ ਨੌਕਰੀਆਂ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਗਈਆਂ ਉਹਨਾਂ ਤੇ ਸਵਾਲ ਬਹੁਤ ਸਾਰੇ ਖੜੇ ਹੋਏ, ਉਹਨਾਂ ਦੀ ਟਾਈਮਿੰਗ ਤੇ ਸਵਾਲ ਖੜੇ ਹੋਏ। ਇਹ ਵੀ ਸਵਾਲ ਖੜੇ ਹੋਏ ਕਿ ਭਾਈ ਭਤੀਜਾਵਾਦ ਕਿਸ ਤਰੀਕੇ ਨਾਲ ਸਿਆਸੀ ਪਾਰਟੀਆਂ ਦੇ ਵਿੱਚ ਭਾਰੂ ਰਹਿੰਦਾ ਹੈ ਔਰ ਆਪਣੀ ਸਹੂਲਤ ਦੇ ਮੁਤਾਬਕ ਕਿਵੇਂ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਵੀ ਬਾਖੂਬੀ ਨਜ਼ਰ ਆਇਆ ਇਸ ਐਕਟ ਤੋਂ ਸਰਕਾਰ ਦੇ ਜੋ ਬਾਅਦ ਦੇ ਵਿੱਚ ਉਹਨਾਂ ਨੂੰ ਯੂ ਟਰਨ ਮਾਰਨਾ ਪੈ ਗਿਆ ਔਰ ਹੁਣ ਜਿਹੜੇ ਵਿਧਾਇਕ ਨੇ ਉਹ ਖੁਦ ਇੱਕ ਨੇ ਤੇ ਨੌਕਰੀ ਵਾਪਸ ਕਰ ਦਿੱਤੀ ਹੈ। ਹਾਲਾਂਕਿ ਕਾਫੀ ਗਿਲੇ ਸ਼ਿਕਵੇ ਫਤਿਹ ਬਾਜਵਾ ਵੱਲੋਂ ਅੱਜ ਸਾਂਝੇ ਕੀਤੇ ਜਦੋਂ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਆਪਣੇ ਬੇਟੇ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ, ਪਰ ਜਿਹੜੇ ਦੂਸਰੇ ਵਿਧਾਇਕ ਨੇ ਰਾਕੇਸ਼ ਪਾਂਡੇ ਉਹਨਾਂ ਦਾ ਹਾਲੇ ਤੱਕ ਵੀ ਕੋਈ ਜਵਾਬ ਨਹੀਂ ਆਇਆ ਹੈ। ਸੋ ਇੱਕ ਵੱਡੀ ਬਹਿਸ ਇਸ ਚੀਜ਼ ਨੂੰ ਲੈ ਕੇ ਛਿੜੀ ਹੋਈ ਹੈ। ਸਾਡੇ ਨਾਲ ਕਾਂਗਰਸ ਪਾਰਟੀ ਤੋਂ ਵੀ ਮਹਿਮਾਨ ਜੁੜ ਗਏ ਨੇ, ਪ੍ਰਿਤਪਾਲ ਸਿੰਘ ਬਲੀਏਵਾਲ। ਪ੍ਰਿਤਪਾਲ ਜੀ, ਤੁਹਾਡੇ ਤੋਂ ਕਈ ਸਾਰੇ ਸਵਾਲ ਨੇ, ਮੈਂ 2 ਮਿੰਟ ਥੋੜੇ ਵਿਸਤਾਰ ਨਾਲ ਲੈਣਾ ਚਾਹੂੰਗਾ। ਸੁਪਰੀਮ ਕੋਰਟ ਤੱਕ ਦੀਆਂ ਜੱਜਮੈਂਟਾਂ ਨੇ ਕਿ ਜਿਹੜੀ ਇਹ ਕੋਈ ਗਰੰਟੀ ਨਹੀਂ ਹੁੰਦੀ ਰੁਜ਼ਗਾਰ ਦੀ, ਜਿਹੜੀ ਤਰਸ ਦੇ ਆਧਾਰ ਤੇ ਨੌਕਰੀ ਹੁੰਦੀ ਹੈ, ਪਹਿਲੀ ਗੱਲ। ਦੂਜੀ ਗੱਲ, ਜਦੋਂ ਕੋਈ ਬੰਦਾ ਬੱਚੇ ਵੱਡੇ ਹੋ ਜਾਣ, ਪੜ੍ਹ ਲਿਖ ਗਏ, ਸਮਰੱਥ ਹੋ ਗਏ, ਪੈਸੇ ਦੀ ਕੋਈ ਕਮੀ ਨਹੀਂ, ਉਦੋਂ ਕਾਹਦਾ ਤਰਸ ਦੇ ਆਧਾਰ? ਜੇ ਸੁਪਰੀਮ ਕੋਰਟ ਵਰਗੀਆਂ ਜਿਹੜੀਆਂ ਸਰਵਉੱਚ ਅਦਾਲਤਾਂ ਨੇ ਉਹ ਕਹਿ ਚੁੱਕੀਆਂ ਨੇ, ਫਿਰ ਵੀ ਆਪਾਂ ਆਪਣੀ ਐਡਜਸਟਮੈਂਟ ਦੇ ਲਈ ਇਸ ਤਰੀਕੇ ਦੇ ਫੈਸਲੇ ਲੈ ਲੈਂਦੇ ਹਾਂ ਕਿ ਮੁੱਖ ਮੰਤਰੀ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਪਹਿਲੇ? देखो बराड़ साहब, गल ये है कि अज बाजवा साहब ने जिहड़ी नौकरी सी उन्हां दे बेटे ने बड़ी खुशी वापस करती ते कहा जो कहा, क्योंकि मैं कांग्रेस पार्टी का नुमाइंदा ਉਹ ਤਾਂ ਉਹਨਾਂ ਦੇ ਚਿਹਰੇ ਤੋਂ ਹੀ ਨਜ਼ਰ ਆਇਆ ਜੀ, ਜਿਹੜੀ ਖੁਸ਼ੀ ਵਾਪਸ ਕੀਤੀ ਹੈ। ਉਹਨਾਂ ਦੇ ਬਿਆਨਾਂ ਤੋਂ ਤੁਸੀਂ ਸਮਝ ਲਓ ਵੀ ਕਿੰਨੀ ਖੁਸ਼ੀ ਹੈ। मेरी बेनती उही है, मैं जो स्टेटमेंट दे सकदा मैं या तो कांग्रेस प्रधान के बिहाफ से या मुख मंत्री साहब के या हाई कमांड के बिहाफ से दे सकदा। किसी निजी जो, क्योंकि सानू इस वेले जो हुक्म है हाई कमांड का कि कोई ऐसी टिप्पणी आके मीडिया दे विच नहीं करनी, क्योंकि कई चीज़ों को सॉर्ट आउट किया जा रहा पार्टी लैवल के उपर। सो गल्लां ये ने कि उन्होंने वापस करती है, क्योंकि इशू ही फतेह जंग बाजवा तो शुरू होया सीगा, एक पासों निकल गया। तो दूजी कल हरीश रावत उन्होंने क्लीयर करता सीगा कि राकेश पांडे जी नाल भी गल हो गई है तो ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਐਸਾ ਕੋਈ ਐਲਾਨ ਕਰ ਦੇਣਗੇ। ਜਿੱਥੋਂ ਤੱਕ ਗੱਲ ਤੁਸੀਂ ਸੁਪਰੀਮ ਕੋਰਟ ਦੀ ਰੂਲਿੰਗ ਜਾਂ ਬਾਕੀ ਜਗ੍ਹਾ ਦੀ ਕਰਦੇ ਹੈਗੇ ਹੋ, ਕੈਬਨਿਟ ਕੋਲ ਕੁਝ ਪਾਵਰਸ ਹੁੰਦੀਆਂ ਨੇ, ਉਹ ਕੈਬਨਿਟ ਦੀਆਂ ਪਾਵਰਾਂ ਯੂਜ਼ ਕੀਤੀਆਂ ਗਈਆਂ। ਅੱਜ ਜਿਵੇਂ ਉਹਨਾਂ ਨੇ ਕਿਹਾ ਕਿ ਸ਼ਹਾਦਤ ਦਾ ਕੋਈ ਮੁੱਲ ਨਹੀਂ, ਕਿ ਕਈ ਲੋਕ ਚੱਕਦੇ ਸੀ 35 ਸਾਲ ਬਾਅਦ ਦੇਤੀ ਜਾਂ 30 ਸਾਲ ਹੋ ਗਏ, ਹੁਣੇ ਕੁਝ ਹੋਇਆ ਹੋਵੇ ਤਾਂ ਦੇਵਾਂਗੇ, ਉਹ ਗੱਲਾਂ ਨਹੀਂ ਹੁੰਦੀਆਂ। ਗੱਲ ਇਹ ਹੈ ਕਿ ਕੁਝ ਚੀਜ਼ਾਂ ਫੈਡਰਲ ਢਾਂਚੇ ਦੇ ਵਿੱਚ, ਕਨਸਟੀਟਿਊਸ਼ਨ ਦੇ ਵਿੱਚ ਸਰਕਾਰਾਂ ਨੂੰ ਪਾਵਰਾਂ ਨੇ, ਪਹਿਲਾਂ ਵੀ ਦਿੰਦੀ ਆਈ ਹੈ ਸਰਕਾਰਾਂ, ਕਈ ਨੋਮੀਨੇਟਡ ਕੀਤੇ ਨੇ। ਕੱਲ ਤਾਂ ਬਹੁਤ ਚੀਜ਼ਾਂ ਤੇ ਸਵਾਲ ਉੱਠਣੇ ਸ਼ੁਰੂ ਹੋ ਜਾਣਗੇ ਕਿ ਪਾਵਰਾਂ ਪ੍ਰਿਤਪਾਲ ਜੀ, ਪਾਵਰਾਂ ਸਹੂਲਤ ਦੇ ਹਿਸਾਬ ਨਾਲ ਹੀ ਵਰਤੀਆਂ ਜਾਂਦੀਆਂ ਨਾ। ਮੇਰੀ ਗੱਲ ਸੁਣੋ ਇੱਕ ਮਿੰਟ, ਪਾਵਰਾਂ ਸਹੂਲਤ ਦੇ ਹਿਸਾਬ ਨਾਲ ਹੀ ਵਰਤੀਆਂ ਜਾਂਦੀਆਂ। ਫਿਰ ਤੇ ਜੇ ਪੁਰਾਣੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਸੋਨੀਆ ਗਾਂਧੀ ਨੂੰ ਲਿਖੀਆਂ ਜੇ ਚਿੱਠੀਆਂ ਪੜ੍ਹੋਗੇ ਤਾਂ ਉਹਦੇ ਵਿੱਚ ਤਾਂ ਫਿਰ ਫੈਕਟ ਵੀ ਅਲੱਗ ਲਿਖੇ ਹੋਏ ਨੇ, ਪੜ੍ਹ ਲਿਓ ਉਹ ਵੀ ਚਿੱਠੀ, ਜੇ ਤੁਹਾਨੂੰ ਯਾਦ ਹੋਵੇ ਤਾਂ ਉਹਦੇ ਵਿੱਚ ਤਾਂ ਇਹ ਜਿਹੜੀਆਂ ਸ਼ਹਾਦਤਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਨਾਂ ਨੂੰ ਲੈ ਕੇ ਵੀ ਫੈਕਟ ਅਲੱਗ ਲਿਖੇ ਹੋਏ ਨੇ। ਮੈਂ ਇੱਕ ਬੇਨਤੀ ਕਰਦਾ, ਜੋ ਕੈਪਟਨ ਸਾਹਿਬ ਨੇ ਪੁਰਾਣੇ ਲਿਖੇ ਹੈ ਜਾਂ ਜੋ ਅੱਜ ਦੀ ਤਰੀਕ ਦੇ ਵਿੱਚ ਮੈਂ ਗੱਲ ਕਰ ਰਿਹਾ, ਉਹ ਇਸ ਕਰਕੇ ਕਰ ਰਿਹਾ ਕਿ ਜਿਹੜੀ ਫੈਸਲੇ ਲਏ ਗਏ ਆ ਅੱਜ ਦੀ ਡੇਟ, ਜੋ ਪੁਰਾਣਾ ਬੀਤ ਚੁੱਕਿਆ ਉਹਦੇ ਤੇ ਆਪਾਂ ਗੱਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਸਮ ਅਪ ਹੋ ਚੁੱਕੀਆਂ ਨੇ ਚੀਜ਼ਾਂ। ਅੱਜ ਦਾ ਜੋ ਇਸ਼ੂ ਸੀਗਾ, ਕਈ ਕੈਬਨਿਟ ਫੈਸਲੇ, ਜੇ ਆਪਾਂ ਅੱਜ 35 ਸਾਲ ਬਾਅਦ ਨੌਕਰੀ ਦੇ ਰਹੇ ਹਾਂ ਜੀ, ਜੇ 35 ਸਾਲ ਬਾਅਦ ਨੌਕਰੀ ਦੇ ਰਹੇ ਹਾਂ ਤੇ ਆਪਾਂ ਪੁਰਾਣੇ ਚੀਜ਼ ਨੂੰ ਹੀ ਸਾਹਮਣੇ ਲਿਆ ਕੇ ਰੱਖਿਆ ਨਾ। ਅੱਜ ਤੇ ਕੋਈ ਨਵੀਂ ਸ਼ਹਾਦਤ ਹੋਈ ਨਹੀਂ, ਆਪਾਂ 35 ਸਾਲ ਪੁਰਾਣੀ ਚੀਜ਼ ਨੂੰ ਸਾਹਮਣੇ ਲਿਆ ਕੇ ਰੱਖਿਆ। ਹੁਣ ਜਦੋਂ ਚਾਰੇ ਪਾਸਿਓਂ ਘੇਰਾ ਪੈ ਗਿਆ, ਜਦੋਂ ਫਸ ਗਏ, ਹੁਣ ਇੱਕ ਵਿਧਾਇਕ ਨੇ ਵਾਪਸ ਕਰਤੀ, ਦੂਜਿਆਂ ਨੇ ਤਾਂ ਹਲੇ ਵੀ ਨਹੀਂ ਕੀਤੀ। ਬਰਾੜ ਸਾਹਿਬ, ਮੈਂ ਉਹੀ ਗੱਲ ਕਹਿ ਰਿਹਾ ਵਾਂ ਕਿ ਉਸ ਵੇਲੇ ਦੇ ਪ੍ਰੋਸੀਜਰ ਦੇ ਅਕੋਰਡਿੰਗਲੀ ਸੀਐਮ ਸਾਹਿਬ ਨੇ 3-4 ਦਿਨ ਪਹਿਲਾਂ ਜਦੋਂ ਮਿਲਖਾ ਸਿੰਘ ਹੁਣਾਂ ਦੇ ਘਰ ਗਏ ਨੇ, ਉਸ ਦਿਨ ਕਲੀਅਰ ਕੀਤਾ ਸੀ ਕਿ ਕੋਈ ਹੋਰ ਵੀ ਐਸੀ ਆਗੂ ਨੇ ਜਿਨ੍ਹਾਂ ਦੇ ਪਰਿਵਾਰ, ਵੱਡੇ ਪਰਿਵਾਰ ਜਾਂ ਉਹਨਾਂ ਦੀਆਂ ਕੋਈ ਕੁਰਬਾਨੀਆਂ ਹੋਈਆਂ, ਜੇ ਉਹ ਵੀ ਆ ਕੇ ਕਹਿਣਗੇ ਅਸੀਂ ਉਹਨਾਂ ਨੂੰ ਵੀ ਅਕੋਮੋਡੇਟ ਕਰਾਂਗੇ, ਚਾਹੇ ਉਹ ਅਕਾਲੀ ਦਲ ਦਾ ਹੋਵੇ, ਚਾਹੇ ਆਮ ਆਦਮੀ ਪਾਰਟੀ ਵਾਲਾ ਹੋਵੇ ਜਾਂ ਕੋਈ ਹੋਰ ਹੋਣ। ਔਰ ਇਹ ਲਿਸਟ ਵੀ ਬੜੀ ਫੇਅਰ ਲਿਸਟ ਜਾਰੀ ਕੀਤੀ ਗਈ ਸੀ। ਸਾਹਿਬ ਨੇ ਗਿਣਾਤੇ ਵੀ ਸਾਡੀ ਪਾਰਟੀ ਦੇ ਵਿੱਚ ਅੱਤਵਾਦ ਪੀੜਤ ਕਿੰਨੇ ਸੀ ਲੀਡਰ, ਹੋਰ ਈਟੀਟੀ ਟੈਟ ਪਾਸ ਅਧਿਆਪਕ ਨੇ, ਹੋਰ ਕਿੰਨੇ। ਮੈਂ ਸਰੀਨ ਸਾਹਿਬ ਦੀ, ਜੇ ਐਦਾਂ ਤੁਸੀਂ ਲਿਸਟ ਕੱਢਣ ਲੱਗ ਪਏ ਤਾਂ ਪਤਾ ਹੀ ਨਹੀਂ ਕਿੰਨਿਆਂ ਦੀ ਲਿਸਟ ਹੈ ਜੀ। ਮੈਂ ਸਰੀਨ ਸਾਹਿਬ ਦੀ ਪਾਰਟੀ ਨੂੰ ਇਹ ਦੱਸਣਾ ਚਾਹੁੰਦਾ ਵਾਂ, ਸਰੀਨ ਸਾਹਿਬ ਦੀ ਪਾਰਟੀ ਦੇ ਉੱਤਰਾਖੰਡ ਦੇ ਇੱਕ ਐਮਐਲਏ ਦੇ ਬੇਟੇ ਨੂੰ ਕੁਝ ਹੁਣੇ ਪਿਛਲੇ ਦਿਨ ਦਿੱਤੀ ਹੈ, ਮੱਧ ਪ੍ਰਦੇਸ਼ ਦੇ ਵਿੱਚ ਇੱਕ ਮੰਤਰੀ ਦੇ ਮੁੰਡੇ ਨੂੰ ਕੀ ਦਿੱਤਾ ਗਿਆ, ਮੈਂ ਉਹਨਾਂ ਗੱਲਾਂ ਤੇ ਜਾਂਦਾ ਹੀ ਨਹੀਂ ਪਿਆ ਜੋ ਅੱਜ ਦੀ ਇੱਥੇ ਗੱਲ ਆ। ਕਿਉਂਕਿ ਸਾਰੇ ਜਾਣੇ ਜੇ ਕਹਿਣਗੇ ਤਾਂ ਸਾਰਿਆਂ ਦੇ ਘਰ ਇੱਕੋ ਜਿਹੇ ਨੇ,
ਜੇ ਮੈਂ ਗੱਲ ਕਰਾਂ ਅਕਾਲੀ ਦਲ ਵਾਲੇ ਦੇ ਕੁਐਸਚਨ ਚੱਕਣ ਦੀ, ਫਿਰ ਮਲੂਕਾ ਸਾਹਿਬ ਦੀ ਨੋ ਵੀ ਯਾਦ ਆ ਜਾਂਦੀ ਹੈ ਕਿ IAS ਕਿਵੇਂ ਬਣ ਗਈ। ਜੇ ਮੈਂ ਆਮ ਆਦਮੀ ਪਾਰਟੀ ਵਾਲਿਆਂ ਦੀ ਗੱਲ ਕਰਾਂ ਤਾਂ ਫਿਰ ਮੈਨੂੰ ਯਾਦ ਆ ਜਾਂਦਾ ਕਿ ਇਹਨਾਂ ਦੇ MLA ਦੇ ਜਿਹੜੀਆਂ ਪਰਿਵਾਰ ਵਾਲੇ ਆ ਉਹ ਕਿੰਨੇ ਸਰਕਾਰੀ ਨੌਕਰੀਆਂ ਤੇ ਆ, ਉਹਦੀ ਵੀ ਲਿਸਟ ਬੜੀ ਲੰਬੀ ਆ। ਸੋ ਮੈਂ ਗੱਲ ਕਰ ਰਿਹਾ ਕਿ ਅੱਜ ਜੋ ਇਸ਼ੂ ਹੈਗਾ ਉਹ ਫਤਿਹ ਜੰਗ ਬਾਜਵਾ ਦੇ 2 ਨੌਕਰੀਆਂ ਦੇ ਉੱਪਰ ਕ੍ਰੀਏਟ ਹੋਇਆ, ਜਿਹਨੂੰ ਕੈਬਨਿਟ ਨੇ ਪਾਸ ਕੀਤਾ। ਮੈਂ ਇੱਕ ਗੱਲ ਕਹਿ ਰਿਹਾ ਕਿ ਕਿਸੇ ਨੂੰ ਚੰਗੀ ਲੱਗੀ, ਕਿਸੇ ਨੂੰ ਚੰਗੀ ਵੀ ਲੱਗ ਸਕਦੀ ਹੈ, ਕਿਸੇ ਨੂੰ ਮਾੜੀ ਵੀ ਲੱਗ ਸਕਦੀ ਹੈ, ਕਿਉਂਕਿ ਰੁਜ਼ਗਾਰ ਦਾ ਇੱਕ ਇਸ਼ੂ ਹੈਗਾ। ਅਸੀਂ ਜੇ 60,000 ਦੇ ਆਸ-ਪਾਸ ਆਪਣੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਤਾਂ 70,000 ਹੋਰ ਪੋਸਟਾਂ ਵੀ ਭਰਨ ਚੱਲੇ ਆ। ਉਹ 1-2 ਵਿਧਾਇਕਾਂ ਦੇ ਨਾਲ ਘਟਣ ਨਹੀਂ ਲੱਗੀਆਂ ਸੀ ਕਿ ਉਹਨਾਂ ਦੇ ਪਰਿਵਾਰ ਐਡਜਸਟ ਕਰਤੇ ਗਏ। ਉਹ 70,000 ਕਾਮਨ ਆਦਮੀ ਆਣੇ ਸੀ। ਹੁਣੇ ਕੋਈ ਰੌਲਾ ਪੈਂਦਾ, ਕੋਈ ਰਵੀ ਸਿੱਧੂ ਦਾ ਨਾਮ ਹੁਣ ਸੁਣਿਆ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ, ਔਰ ਰਵੀ ਸਿੱਧੂ ਵੀ ਚੱਲਦਾ ਹੁੰਦਾ ਸੀ, ਔਰ ਰੇਟ ਵੀ ਕਈ ਫਿਕਸ ਹੁੰਦੇ ਸੀ। ਉਹ ਇਹ ਸਰਕਾਰਾਂ 'ਚ ਨਹੀਂ ਚੱਲੇ। ਸੋ ਉਹ ਸਰਕਾਰਾਂ ਸਾਨੂੰ ਇਹ ਨਾ ਦੱਸਣ ਕਿ ਸਰੀਨ ਸਾਹਿਬ ਤੋਂ ਥੱਲੇ ਸਿੱਟਦਾ ਸਰੀਨ ਸਾਹਿਬ ਉਂਗਲ ਚੱਕ ਰਹੇ ਆ। ਸੁਣ ਲਈਏ ਚਲੋ ਸਰੀਨ ਸਾਹਿਬ ਤੁਸੀਂ ਬੋਲੋ, ਕੀ ਕਹਿਣਾ ਚਾਹ ਰਹੇ ਹੋ? ਪਲੇਅਰ ਸਾਹਿਬ, ਅੱਤਵਾਦ ਦੇ ਪੀੜਤਾਂ ਨੂੰ ਨੌਕਰੀ ਦਿੱਤੀ, ਇਹਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ। ਸਵਾਲ ਤੇ ਇਹ ਹੈ ਕਿ ਸਿਰਫ ਇਹ 3 ਪਰਿਵਾਰ ਹੀ ਨੇ ਜਿਨ੍ਹਾਂ ਨੇ ਅੱਤਵਾਦ ਦੇ ਵੇਲੇ ਸ਼ਹਾਦਤ ਦਿੱਤੀ। ਭਾਰਤੀ ਜਨਤਾ ਪਾਰਟੀ ਤਾਂ ਹਮੇਸ਼ਾ ਕਹਿੰਦੀ ਰਹੀ ਹੈ ਕਿ ਜਿਹੜੇ ਅੱਤਵਾਦ ਦੇ ਪੀੜਿਤ ਹੈਗੇ ਨੇ ਉਹਨਾਂ ਵਾਸਤੇ ਯੂਨੀਫਾਰਮ ਪਾਲਿਸੀ ਬਣੇ, ਉਹਨਾਂ ਵਾਸਤੇ ਕੁਝ ਕਰਨਾ ਚਾਹੀਦਾ। ਮੈਂ ਇਸ ਗੱਲ ਤੇ ਸਾਡਾ ਇਤਰਾਜ਼ ਜਿਹੜਾ ਹੈਗਾ ਉਹ ਇਸ ਗੱਲ ਨੂੰ ਲੈ ਕੇ ਹੈ ਕਿ ਕੈਪਟਨ ਸਾਹਿਬ ਨੇ ਜੇ ਅੱਤਵਾਦ ਦੇ ਪੀੜਤਾਂ ਦੇ ਵਾਸਤੇ ਕੁਝ ਕਰਨਾ ਸੀਗਾ ਤੇ ਕੋਈ ਯੂਨੀਫਾਰਮ ਪਾਲਿਸੀ ਕਰਕੇ ਸਾਰੇ ਵਾਸਤੇ ਬਣਾਉਂਦੇ। ਇਹ ਤੇ ਆਪਣੀ ਕੁਰਸੀ ਬਚਾਉਣ ਵਾਸਤੇ ਇਹਨਾਂ ਨੇ 2 MLAs ਨੂੰ ਖੁਸ਼ ਕਰ ਲਿਆ, ਜਾਂ ਪਹਿਲਾਂ ਬਿੱਟੂ ਨੂੰ ਚੁੱਪ ਕਰਾਉਣ ਵਾਸਤੇ ਉਹਨਾਂ ਦੇ ਪਰਿਵਾਰ ਨੂੰ ਦੇਤੀ। ਸ਼ਹਾਦਤ ਜਿਹਨਾਂ ਦਿੱਤੀ ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਚਾਹੇ ਕਿਸੇ ਪਾਰਟੀ ਦੇ ਹੋਣ। ਮੈਂ BJP ਜਾਂ ਕਾਂਗਰਸ ਜਾਂ ਦੂਜੀ ਦੀ ਗੱਲ ਕਰਦਾ, ਜਿਹੜੇ ਆਮ ਲੋਕਾਂ ਨੇ ਸ਼ਹਾਦਤ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਨੂੰ ਭੁੱਲ ਗਏ ਹੋ, ਜਿਹੜੀ ਕਿਸੇ ਵੇਲੇ ਜਦੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਹੁੰਦੇ ਸੀ ਉਦੋਂ ਇੱਕ ਚਿੱਠੀ ਲਿਖੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ। ਬਾਅਦ ਚੋਂ ਚਿੱਠੀ ਤੇ ਰਫਾ ਦਫਾ ਹੋ ਗਈ, ਪਰ ਉਸ ਵੇਲੇ ਇੱਕ ਅੰਗਰੇਜ਼ੀ ਅਖਬਾਰ ਨੇ ਇਸ ਦੀ ਇੱਕ ਡਿਟੇਲਡ ਵਰਡ ਟੂ ਵਰਡ ਰਿਪੋਰਟ ਛਾਪੀ ਸੀ, ਔਰ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਵਿਚਾਰ ਸੀ ਜਾਂ ਕੀ ਕੁਝ ਉਹਨਾਂ ਨੇ ਲਿਖਿਆ ਸੀ, ਉਹ ਵੀ ਅੱਜ ਦੇ ਇਸ ਫੈਸਲੇ ਤੇ ਬਹੁਤ ਵੱਡੇ ਸਵਾਲ ਖੜੇ ਕਰਦਾ। ਜੇ ਤੁਹਾਨੂੰ ਮਿਲੇਗੀ ਡਿਟੇਲ ਪੜ੍ਹ ਲਿਓ, ਮੈਂ ਤੇ ਪੜ੍ਹੀ ਹੋਈ ਹੈ। ਬਰਾੜ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੇਰਾ ਸਿਰਫ ਇੱਕ ਕਹਿਣਾ ਜਵਾਬ ਮੈਂ ਧਾਰਨੀ ਸਾਹਿਬ ਤੋਂ ਦੇਣਾ ਸੀਗਾ ਤੇ ਸਾਰੇ ਵਾਸਤੇ ਕੋਈ ਪਾਲਿਸੀ ਬਣਾ ਕੇ ਦੇ ਦਿੰਦੇ, ਸਾਨੂੰ ਕੋਈ ਇਤਰਾਜ਼ ਨਹੀਂਗਾ। ਅੱਤਵਾਦ ਦੇ ਪੀੜਤਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨੀ ਦੇਸ਼ ਦੀ ਜ਼ਿੰਮੇਵਾਰੀ ਹੈ। ਸਹੂਲਤ ਦੇ ਮੁਤਾਬਕ ਜਾਂ ਦੇਸੀ ਪੰਜਾਬੀ ਚ ਕਹਿੰਦੇ ਆ ਵੀ ਫਸੀ ਨੂੰ ਫੈਸਲੇ ਲਏ ਆ ਵੀ ਹੁਣ ਜਦੋਂ ਲੱਤ ਫਸ ਗਈ ਚਾਰੇ ਪਾਸੇ ਆਪਦਿਆਂ ਨੇ ਸ਼ਿਕੰਜਾ ਕੱਸ ਲਿਆ ਤਾਂ ਚਲੋ ਜਿਹੜੇ ਕੋਈ 1-2 ਬਲਾਈਜ਼ ਹੁੰਦੇ ਆ ਉਹਨਾਂ ਨੂੰ ਕਰ ਲਓ। ਇਸ ਤਰੀਕੇ ਦਾ ਮਾਹੌਲ ਚੱਲਦਾ ਹੈ। ਔਰ ਮੈਂ ਗੱਲ ਅੱਜ ਸਿਰਫ ਕਾਂਗਰਸ ਦੇ ਸੰਦਰਭ ਦੀ ਨਹੀਂ ਕਰ ਰਿਹਾ, ਤੁਹਾਡੇ ਵੀ 10 ਸਾਲਾਂ ਦੇ ਵਿੱਚ ਬਹੁਤ ਜਿਹੜੇ ਅਹੁਦੇ ਆ ਦਿੱਤੇ ਗਏ ਆ। ਭਾਈ ਭਤੀਜਾਵਾਦ ਦਾ ਜਿਹੜਾ ਜ਼ਿਕਰ ਹੈ ਉਹ ਅਕਾਲੀ ਦਲ ਦੇ ਸੰਦਰਭ ਦੇ ਵਿੱਚ ਵੀ ਹੁੰਦਾ, ਇਕੱਲਾ ਇੱਥੇ ਨਹੀਂ ਹੁੰਦਾ, ਉਸ ਸੰਦਰਭ ਦੇ ਵਿੱਚ ਵੀ ਹੁੰਦਾ। ਸੋ ਜਿਹੜੀ ਜਵਾਬਦੇਹੀ ਹੈ ਉਹ ਅਕਾਲੀ BJP ਵੀ ਦੋਨਾਂ ਦੀ ਬਣਦੀ ਹੈ। ਸਾਂਝੀ ਸਰਕਾਰ ਸੀ ਜਿਸ ਵੇਲੇ। ਵਿਜੇਪਾਲ ਜੀ ਦੇਖੋ, ਜਿੱਥੋਂ ਤੱਕ ਤਾਂ ਬਲੀਵਾਲ ਸਾਹਿਬ ਕਹਿ ਰਹੇ ਸੀ, ਐਵੇਂ ਮੈਨੂੰ ਯਾਦ ਆ ਰਿਹਾ ਸੀ ਵੀ ਛੇੜਨਾ ਐਵੇਂ ਦਰਦਾਂ ਨੂੰ, ਸਾਥੋਂ ਦਰਦ ਚ ਪਾਇਆ ਨਹੀਂ ਜਾਣਾ। ਔਰ ਉਹ ਬੜੇ ਪਿਆਰ ਨਾਲ ਔਰ ਬੜੇ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਜਿਹੜਾ ਹੈਗਾ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਵੇਂ ਉਹਨਾਂ ਨੂੰ ਉਹਨਾਂ ਦੀ ਪਾਰਟੀ ਵੱਲੋਂ ਡਾਇਰੈਕਸ਼ਨ ਕੀਤੀ ਗਈ ਆ। ਦੇਖੋ ਵਿਜੇਪਾਲ ਜੀ, ਮੈਂ ਅੱਜ ਇੱਕ ਗੱਲ ਨਾ, ਉਹਨਾਂ ਨੇ ਸ਼ਹੀਦ ਕਿਹਾ ਕਿ ਸ਼ਹੀਦਾਂ ਨੂੰ ਐਡਜਸਟ ਕੀਤਾ ਸੀ। ਮੈਂ ਨਾ ਇਸ ਗੱਲ ਨੂੰ ਨਾ ਥੋੜਾ ਜਿਹਾ ਡਿਫਰੈਂਸ਼ੀਏਟ ਕਰਦਾ। ਦੇਖੋ ਇਹ 2 ਤਰੀਕੇ ਹੈਗੇ ਆ, ਇਹਨਾਂ ਨੂੰ ਤੁਸੀਂ ਸ਼ਹੀਦ ਕਹੋ ਜਾਂ ਮੰਨੋ। ਇੱਕ ਹੈਗਾ ਅੱਤਵਾਦ ਤੋਂ ਪ੍ਰਭਾਵਿਤ, ਦੂਜੇ ਹੈਗੇ ਆ ਜਿਹੜੇ ਲੜਾਈ ਦੇ ਵਿੱਚ ਸ਼ਹੀਦ ਹੋਏ, ਜਿਨ੍ਹਾਂ ਨੇ ਦੇਸ਼ ਲਈ ਆਪਣਾ ਆਪ ਵਾਰਿਆ। ਕਿੰਨੇ ਲੋਕ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਤੁਹਾਡੇ ਚੈਨਲ ਦੇ ਉੱਤੇ ਇਹ ਹੋਇਆ ਕਿ ਮੇਰਾ ਪਰਿਵਾਰ ਦੇ ਇੰਨੇ ਆ ਜੀ ਗਿਆ ਤੇ ਮੈਨੂੰ ਹਾਲੇ ਤੱਕ ਨਾ ਨੌਕਰੀ ਮਿਲੀ। ਕਿੰਨੇ ਲੋਕ ਆ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਮਿਲੀਆਂ ਹੈਗੀਆਂ। ਕਿੰਨੇ ਫੌਜੀ ਪਰਿਵਾਰ ਹੈਗੇ ਜਿਨ੍ਹਾਂ ਨੂੰ ਕੁਝ ਨਹੀਂ ਹਾਲ ਤੱਕ ਮਿਲਿਆ ਹੈਗਾ। ਔਰ ਅੱਜ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਤੀਜੀ ਪੀੜ੍ਹੀ, ਦੇਖੋ ਕੀ ਹੁੰਦਾ ਹੈ ਜੇ ਇਸ ਤਰ੍ਹਾਂ ਤਰਸ ਦੇ ਆਧਾਰ ਤੇ ਨੌਕਰੀ ਵੀ ਹੈਗੀ ਆ। ਤੁਸੀਂ ਤੇ ਵਕੀਲ ਹੋ ਧਾਰਨੀ ਸਾਹਿਬ, ਤੁਸੀਂ ਤੇ ਵਕੀਲ ਹੋ, ਤੁਸੀਂ ਤੇ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਦਾ ਮੈਂ ਜ਼ਿਕਰ ਕਰ ਰਿਹਾ ਸੀ ਉਸ ਬਾਰੇ ਜਾਣਦੇ ਹੋਵੋਗੇ ਵੀ ਜਦੋਂ ਬੰਦਾ ਸਮਰੱਥ ਹੋ ਗਿਆ, ਇਹ ਕੋਈ ਰੁਜ਼ਗਾਰ ਦੀ ਗਰੰਟਿਡ ਨਹੀਂ ਹੈ। ਜਦੋਂ ਬੱਚੇ ਪੜ ਗਏ, ਵੱਡੇ ਹੋ ਗਏ, ਸਮਰੱਥ ਹੋ ਗਏ, ਤੁਸੀਂ ਜ਼ਮੀਨ ਜਾਇਦਾਦ ਵਾਲੇ ਹੋ, ਸਭ ਕੁਝ ਔਨ ਰਿਕਾਰਡ ਹੈ, ਪੇਪਰਾਂ ਦੇ ਉੱਪਰ ਤੁਹਾਡੀ ਸਾਰੀ ਜਾਇਦਾਦ ਦੇ ਬਿਊਰੇ ਪਏ ਹੈ, ਫਿਰ ਤਰਸ ਦਾ ਆਧਾਰ ਕਿਸ ਗੱਲ ਦਾ? ਮੈਂ ਉਹੀ ਵਿਜੇਪਾਲ ਜੀ ਇਹ ਤੋਂ ਵੀ ਅੱਗੇ ਜਾਣਾ ਇੱਕ ਪੁਆਇੰਟ ਜੀ। ਵਿਜੇਪਾਲ ਜੀ, ਜੇ ਕੋਈ ਔਨ ਡਿਊਟੀ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਤੇ ਕਿੰਨ ਨੂੰ ਜਿਹੜੀ ਜੌਬ ਦੇਣੀ ਹੈ ਉਹਦੇ ਵਿੱਚ ਵੀ ਉਹਦੀ ਜਿਹੜੀ ਇਕਨੋਮਿਕਲ ਕੰਡੀਸ਼ਨ ਹੈਗੀ ਉਹ ਦੇਖੀ ਜਾਣੀ ਹੈ।
ਤਾਂ ਉਹਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲਦੀ ਹੈਗੀ ਹੈ। ਇਹ ਵੀ ਗਾਈਡਲਾਈਨਸ ਹੈਗੀ ਹੈ। ਪਰ ਸਵਾਲ ਇਹ ਹੈਗਾ, ਤੁਸੀਂ ਇਹਨਾਂ ਨੇ ਇੱਕ ਗੱਲ ਤੁਸੀਂ ਗੱਲ ਕੀਤੀ ਸੀ ਕਿ ਇੱਕ ਵਿੱਚ ਬ੍ਰੇਕਿੰਗ ਨਿਊਜ਼ ਦੱਸੀ ਸੀ ਜੀ, ਕਿ ਸੁਨੀਲ ਜਾਖੜ ਜਾਖੜ ਸਾਹਿਬ ਨੇ ਪਲਟਵਾਰ ਕੀਤਾ ਹਾਂਜੀ। ਕਿ ਵੀ ਮੇਰਾ ਜਿਹੜਾ ਭਤੀਜਾ ਹੈਗਾ ਉਸ ਨੇ ਜਿਹੜਾ ਹੈਗਾ ਹੁਣ ਤੱਕ ਤਨਖਾਹ ਨਹੀਂ ਲਈ। ਮੈਂ ਇਹਨਾਂ ਨੂੰ ਪੁੱਛਦਾ, ਤਨਖਾਹ ਤਾਂ ਨਹੀਂ ਲਈ, 8 ਗਨਮੈਨ ਲੈ ਲੇ, ਉਹ ਜਿਹੜਾ ਹੈਗਾ ਉਹਨਾਂ ਦੀ ਤਨਖਾਹ ਗਵਰਨਮੈਂਟ ਸਾਡੇ ਵਰਗੇ ਟੈਕਸ ਪੇਅਰ ਦੇ ਰਹੇ ਹੈਗੇ ਆ। ਜਿਹੜੇ TADL ਹੈ ਉਹ ਅਲੱਗ ਹੈਗੇ ਆ, ਜਿਹੜੀ ਗੱਡੀ ਲਈ ਉਹ ਅਲੱਗ ਹੈਗੀ ਆ, ਜਿਹੜਾ ਪੈਟਰੋਲ ਆ ਉਹ ਅੱਗ ਫੂਕ ਰਹੇ ਹੈਗੇ ਆ। ਫਿਰ ਉੱਪਰ ਤੇ ਜਿਹੜਾ ਹੈਗਾ ਇਹ ਲੋਕਾਂ ਦੇ ਸਾਹਮਣੇ ਲਿਆਉਣਾ ਅਸੀਂ ਤਾਂ ਜੀ ਤਨਖਾਹ ਨਹੀਂ ਲਈ ਜਾਂ 1 ਰੁਪਿਆ ਤਨਖਾਹ ਲੈਂਦੇ ਆ, ਇਹ ਗੱਲਾਂ ਨਹੀਂ ਹੈਗੀਆਂ। ਚਲੋ ਮੈਂ ਰੋੜੀ ਸਾਹਿਬ ਤੋਂ ਵੀ ਜਵਾਬ ਲੈ ਲਾਂ। ਪ੍ਰਿਤਪਾਲ ਜੀ ਨੇ ਜ਼ਿਕਰ ਰੋੜੀ ਸਾਹਿਬ ਦਾ ਵੀ ਕੀਤਾ ਸੀ। ਰੋੜੀ ਸਾਹਿਬ ਤੁਹਾਡਾ ਕਮੈਂਟ ਬੜਾ ਜ਼ਰੂਰੀ ਹੈ ਕਿਉਂਕਿ ਜ਼ਿਕਰ ਆਮ ਆਦਮੀ ਪਾਰਟੀ ਦਾ ਵੀ ਹੋਇਆ ਵੀ ਕੋਈ ਵੀ ਪਾਰਟੀ ਇਸ ਚੀਜ਼ ਤੋਂ ਪਾਸੇ ਨਹੀਂ ਹੈ। ਮੈਨੂੰ ਬਲੀਆ ਸਾਹਿਬ ਦੇ ਜਿਹੜੇ ਇਹਨਾਂ ਦੇ ਤਰਜਮੇ ਤੇ ਹਾਸਾ ਆਉਂਦਾ ਹੈ। ਇਹਦਾ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮਿਲੇ ਆ ਉਹਨਾਂ ਦੇ ਰਿਸ਼ਤੇਦਾਰ ਸਰਕਾਰੀ ਨੌਕਰੀ ਬਲੀਆ ਜਵਾਨੀ ਦਾ ਘਰ ਦੇਣ ਗਏ ਸੀ। ਜੇਕਰ ਕੋਈ ਅੱਜ ਕਿਸੇ ਵੀ ਵਿਧਾਇਕ ਦਾ ਜਾਂ ਸਾਡੇ ਕਿਸੇ ਲੀਡਰ ਦਾ ਰਿਸ਼ਤੇਦਾਰ ਜੇਕਰ ਕੋਈ ਅੱਜ ਕੋਈ ਵੀ ਸਰਕਾਰੀ ਜਿਹੜੀ ਨੌਕਰੀ ਤੇ ਹੈਗਾ ਤਾਂ ਉਹ ਆਪਣੇ ਬਲਬੂਤੇ ਤੇ ਹੈ, ਉਹ ਆਪਣੀ ਪੜ੍ਹਾਈ ਦੇ ਤੌਰ ਤੇ ਹੈ, ਉਹ ਆਪਣੇ ਕਾਬਲੀਅਤ ਦੇ ਤੌਰ ਤੇ ਹੈ, ਉਹ ਕੋਈ ਪੋਲੀਟੀਕਲ ਐਡਜਸਟਮੈਂਟ ਦੇ ਨਾਲ ਨਹੀਂ ਹੈ, ਉਹ ਕਿਸੇ ਨੂੰ ਖੁਸ਼ ਕਰਨ ਦੇ ਲਈ ਉਹਨੂੰ ਨੌਕਰੀ ਨਹੀਂ ਮਿਲੀ ਹੈ। ਤੁਸੀਂ ਬੜੇ ਵਧੀਆ ਬੁਲਾ ਰਹੇ ਹੋ, ਇਦਾਂ ਦੀ ਗੱਲ ਕਰਕੇ ਆਪਣੀ ਹਾਸੋਹੀਣੀ ਗੱਲ ਨਾ ਕਰਿਆ ਕਰੋ। ਅੱਜ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕੀਤੀ ਸੀ ਕਿਉਂਕਿ ਭਤੀਜਾਵਾ ਤਾਂ ਉੱਥੇ ਵੀ ਹੈਗਾ, ਤੁਹਾਡੀ ਗੱਲ ਠੀਕ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ, ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਪ੍ਰਤਾਪ ਕੈਰੋ ਸਿੰਘ ਜਿਹੜੇ ਕੈਰੋ ਜੀ ਨੇ ਉਹ ਵੀ ਆਪਣੇ ਮੰਤਰੀ ਨੇ, ਅੱਗੇ ਮਜੀਠਾ ਜੀ ਵੀ ਮੰਤਰੀ ਨੇ, ਇੱਕ ਪਰਿਵਾਰ ਦਾ ਹੋਇਆ। ਚਲੋ ਸਾਰੀਆਂ ਪਾਰਟੀਆਂ 'ਚ ਹੋਇਆ, ਪਰ ਆਮ ਆਦਮੀ ਪਾਰਟੀ ਦਾ ਬਿਲਕੁਲ ਜੇਕਰ ਕੋਈ ਇਲਜ਼ਾਮ ਨੂੰ ਲਾਵੇ ਅੱਜ ਦੇਖੋ ਭਰੇ ਥਾਂ ਕਰਦੇ ਆ ਅਸੀਂ ਲੱਤ ਮਾਰ ਦਿੱਤੀ ਜੀ। ਪੰਜਾਬ ਦੇ ਹੱਕਾਂ ਦੇ ਉੱਤੇ ਤੁਸੀਂ ਠੀਕ ਹੈ ਮੈਂ ਬਲੀਏਵਾਲ ਜੀ ਤੋਂ ਜਵਾਬ ਲੈ ਲਾਂ ਕਿਉਂਕਿ ਉਹਨਾਂ ਨੇ ਇਧਰੋਂ ਕਾਂਗਰਸ ਪਾਰਟੀ ਦੇ ਬਿਹਾਫ ਤੇ ਜਵਾਬ ਦੇਣਾ ਹੈ। ਬਲੀਏਵਾਲ ਜੀ, ਬੜੇ ਸਾਰੇ ਸਵਾਲ ਨੇ, ਵਾਰ-ਵਾਰ ਅਸੀਂ ਫਿਰ ਘੁੰਮ ਕੇ ਉੱਥੇ ਹੀ ਆ ਰਹੇ ਹਾਂ। ਕਾਂਗਰਸ ਆਗੂ ਤੁਸੀਂ ਕਿਹਾ ਕਿ ਅਸੀਂ ਪ੍ਰਧਾਨ ਜਿਹੜੇ ਨੇ ਉਹਨਾਂ ਦਾ ਜੋ ਵਿਊ ਪੁਆਇੰਟ ਹੈ ਉਹ ਰੱਖਣ ਦੇ ਲਈ ਅਸੀਂ ਅਧਿਕਾਰਤ ਹਾਂ। ਸੁਨੀਲ ਜਾਖੜ ਹੋਰਾਂ ਦਾ ਹੁਣੇ ਕੁਝ ਮਿੰਟ ਪਹਿਲਾਂ ਇੱਕ ਬਿਆਨ ਆਇਆ, ਮੈਂ ਪੜ੍ਹ ਕੇ ਵੀ ਸੁਣਾਇਆ ਸੀ, ਫਿਰ ਦੱਸ ਦਿੰਨਾ। ਉਹਨਾਂ ਨੇ ਫਤਿਹਬੰਦ ਜੰਗ ਬਾਜਵਾ ਦੇ ਸੰਦਰਭ ਦੇ ਵਿੱਚ ਕਿਹਾ ਕਿ ਬਾਜਵਾ ਪਰਿਵਾਰ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਨੌਕਰੀ ਦੇ ਨਾਲ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਔਰ ਪਾਰਟੀ ਦੀ ਸਾਖ ਨੂੰ ਵੱਟਾ ਲੱਗਿਆ। ਇਹ ਸੁਨੀਲ ਜਾਖੜ ਹੋਰਾਂ ਦੀ ਅਫੀਸ਼ੀਅਲ ਸਟੇਟਮੈਂਟ ਹੈ, ਹੁਣੇ ਕੁਝ ਮਿੰਟ ਪਹਿਲਾਂ ਉਹਨਾਂ ਨੇ ਜਾਰੀ ਕੀਤੀ ਹੈ। ਅਸੀਂ ਟੀਵੀ ਤੇ ਮੈਂ ਪਹਿਲਾਂ ਵੀ ਪੜ੍ਹ ਕੇ ਬੋਲੀ ਸੀ ਔਰ ਜਿਹੜਾ ਜ਼ਿਕਰ ਫਤਿਹ ਬਾਜਵਾ ਨੇ ਅਜੇਵੀਰ ਜਾਖੜ ਹੋਰਾਂ ਦਾ ਕੀਤਾ ਸੀ, ਉਹਨਾਂ ਨੇ ਕਿਹਾ ਕਿ ਅਜੇਵੀਰ ਜਾਖੜ ਨੇ ਬਤੌਰ ਚੇਅਰਮੈਨ ਕੋਈ ਤਨਖਾਹ ਨਹੀਂ ਲਈ। ਪਰ ਜਿਵੇਂ ਹੁਣ ਧਾਰਨੀ ਸਾਹਿਬ ਜ਼ਿਕਰ ਕਰ ਰਹੇ ਆ ਵੀ ਬਾਕੀ ਚੀਜ਼ਾਂ ਵੀ ਉਹਦੇ 'ਚ ਹੀ ਆ ਜਾਂਦੀਆਂ, ਜਦੋਂ ਗਨਮੈਨ ਮਿਲੇ ਹੋਏ ਨੇ, ਗੱਡੀਆਂ ਮਿਲੀਆਂ ਨੇ ਤਾਂ ਉਹ ਵੀ ਚੀਜ਼ਾਂ ਆ ਜਾਂਦੀਆਂ ਨੇ ਵਿੱਚ। ਖੈਰ ਇਸ ਬਿਆਨ ਤੇ ਮੈਂ ਤੁਹਾਡੇ ਤੋਂ ਪ੍ਰਤੀਕਰਮ ਜ਼ਰੂਰ ਚਾਹੂੰਗਾ। ਗੱਲ ਇਹ ਹੈ ਕਿ ਜਾਖੜ ਸਾਹਿਬ ਨੇ ਹੀ ਕਲੀਅਰ ਕਰਤਾ, ਜਿਹੜੇ ਐਲੀਗੇਸ਼ਨ ਕੋਈ ਲਾਏ ਗਏ ਆ ਉਹਨਾਂ ਨੇ ਦੱਸਤਾ ਕਿ ਪਰ ਜਿਹੜੀ ਸੰਦੀਪ ਜਾਖੜ ਉਹਨਾਂ ਦੀ ਕੁਆਲੀਫਿਕੇਸ਼ਨ ਆ ਉਸ ਅਕੋਰਡਿੰਗਲੀ ਹੀ ਐਡਜਸਟ ਕੀਤਾ ਗਿਆ। ਕਈ ਨਾਮ ਨੇ, ਹੁਣ ਧਾਰਨੀ ਸਾਹਿਬ ਤਾਂ ਕਹਿਣਗੇ ਕਿ 8 ਗਨਮੈਨ ਲੈ ਲਏ ਜਾਂ ਹੋਰ ਲੈ ਲਏ। ਸੁਖਬੀਰ ਬਾਦਲ ਦੇ ਮਗਰ ਬੜੀ ਲੰਬੀ ਫੌਜ ਦਿੱਤੀ ਹੋਈ ਹੈ ਪੰਜਾਬ ਸਰਕਾਰ ਨੇ, ਪਹਿਲਾਂ ਵੀ 1500 ਗਨਮੈਨ ਬਾਦਲ ਸਾਹਿਬ ਦੇ ਨਾਲ ਤੇ ਇਹਨਾਂ ਦੇ ਪਰਿਵਾਰ ਨਾਲ ਲੱਗਿਆ ਰਿਹਾ। ਭਾਈ ਭਤੀਜਾਵਾਦ ਦੀ ਗੱਲ ਕਰਦੇ ਨੇ, ਰੋੜੀ ਸਾਹਿਬ ਨੇ ਲਿਸਟ ਦੱਸੀ ਔਰ ਚ ਬੀਬਾ ਹਰਸਿਮਰਤ ਕੌਰ ਬਾਦਲ ਰਹਿ ਗਈ ਸੀ। ਅੱਜ ਢੀਂਡਸਾ ਸਾਹਿਬ ਛੱਡ ਕੇ ਕਿਉਂ ਗਏ ਆ? ਸੀਨੀਅਰਟੀ 'ਚ ਉਹਨਾਂ ਨੂੰ ਕੈਬਨਿਟ ਮੰਤਰੀ ਬਣਨਾ ਚਾਹੀਦਾ ਸੀ ਦਿੱਲੀ ਦਰਬਾਰ ਦੇ ਵਿੱਚ, ਪਰ ਬੀਬਾ ਜੀ ਬਣ ਗਏ। ਸੋ ਜਿੱਥੇ ਵੀ ਦੇਖੋ ਉੱਥੇ ਪਰਿਵਾਰਵਾਦ ਇਹਨਾਂ ਦੀ ਪਾਰਟੀ 'ਚ ਭਾਰੂ ਆ, ਇਸੇ ਕਰਕੇ ਪਾਰਟੀ ਖੇਰੂ ਹੋ ਗਈ ਆ। ਦੂਜੋਂ ਤੱਕ ਹੁਣ ਰੋੜੀ ਸਾਹਿਬ ਦੀ ਮੈਨੂੰ ਗੱਲ ਪੂਰੀ ਕਲੀਅਰ ਨਹੀਂ ਮਿਲੀ ਪਰ ਗਰੋੜੀ ਸਾਹਿਬ ਹੁਣੀ ਇਹ ਵੀ ਨਾਲ ਕਹਿੰਦੇ ਸੀ ਕਿ ਜਿਹੜਾ ਵਿਧਾਇਕ ਬਣ ਗਿਆ ਉਹਨੂੰ ਛੱਡ ਦੇਣੀ ਚਾਹੀਦੀ ਹੈ, ਉਹਨਾਂ ਨੂੰ ਛੱਡ ਦੇਣੀ ਚਾਹੀਦੀ ਆ। ਉਹ ਗੱਡੀਆਂ ਵੀ ਮੰਗ ਰਹੇ ਨਹੀਂ ਸੀਗੇ ਪਹਿਲਾਂ, ਇਹ ਫਿਰ ਗੱਡੀਆਂ ਵੀ ਲੈ ਲਈਆਂ, ਕੋਠੀਆਂ ਵੀ ਲੈ ਲਈਆਂ। ਅੱਜ ਕੱਲ ਪਤਾ ਲੱਗਿਆ 9-10 ਕਰੋੜ ਲਾ ਕੇ ਕੀ ਕਹਿੰਦੇ ਆ ਕੇਜਰੀਵਾਲ ਦਾ ਨਵਾਂ ਘਰ ਵੀ ਬਣ ਰਿਹਾ। ਸੋ ਗੱਲਾਂ ਉਹ ਨਹੀਂ ਹੈਗੀਆਂ। ਮੈਂ ਤਾਂ ਸਾਰੀਆਂ ਪਾਰਟੀਆਂ ਤੋਂ ਸਵਾਲ ਪੁੱਛ ਰਿਹਾ, ਇਹਦੇ ਨਾਲ ਤੁਹਾਡੀ ਪਾਰਟੀ ਦਾ ਫੈਸਲਾ ਜਸਟੀਫਾਈ ਨਹੀਂ ਹੁੰਦਾ। ਸਵਾਲ ਇਹ ਹੈ ਕਿ ਇਸ ਵੇਲੇ ਜਿਹੜਾ ਇਹ ਫੈਸਲਾ ਸੀ ਕੀ ਇਹਦੀ ਟਾਈਮਿੰਗ ਗੜਬੜ ਆ ਗਈ ਜਾਂ ਕੀ ਨੌਕਰੀਆਂ ਦੇ ਬਹਾਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਾ ਪਾਇਆ ਜਾ ਰਿਹਾ ਆਪਣਿਆਂ ਵੱਲੋਂ ਹੀ? ਇਹ ਵੀ ਇਸ ਦਾ ਇੱਕ ਸੰਦਰਭ ਜਿਹੜਾ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ।
ਮੈਂ ਇੱਕ ਗੱਲ ਕਹਿ ਰਿਹਾ ਕਿ ਫੈਸਲੇ ਕਈ ਵਾਰ ਸਹੀ ਹੁੰਦੇ ਆ, ਕਈ ਵਾਰ ਗਲਤ ਵੀ ਹੋ ਜਾਂਦੇ ਆ। ਉਹਨਾਂ ਦੇ ਪਰਿਵਾਰ ਵੱਲੋਂ ਇੱਛਾ ਜ਼ਾਹਰ ਕੀਤੀ ਗਈ ਆ, ਕੈਪਟਨ ਅਮਰਿੰਦਰ ਸਿੰਘ ਨੇ ਸੋਚਿਆ ਉਹਨਾਂ ਦੇ ਪਰਿਵਾਰਾਂ ਬਾਰੇ। ਗੱਲਾਂ ਦੋ ਹੀ ਨੇ। ਹੁਣ ਗੱਲ ਆ ਕਿ ਕੈਬਨਿਟ ਨੇ ਉਹਨੂੰ ਫਵਾਸ ਕਰਤਾ, ਜੇ ਉਹ ਪਰਿਵਾਰਾਂ ਨੇ ਹੁਣ ਵਾਪਸ ਕਰਤੀ ਆ ਨੌਕਰੀ। ਜਾਖੜ ਸਾਹਿਬ ਨੇ ਗੱਲ ਆਖੀ ਕਿ ਨਹੀਂ, ਇਸ ਦਾ ਮੈਸੇਜ ਲੋਕਾਂ ਦੇ ਵਿੱਚ ਗਲਤ ਜਾਊਗਾ। ਕਈ ਵਾਰ ਠੀਕ ਹੈ, ਇੱਕ ਪਰਿਵਾਰ ਨੇ ਕੀਤੀ ਹੈ ਜੀ, ਦੂਜੇ ਰਾਕੇਸ਼ ਪਾਂਡੇ ਹੋਰਾਂ ਦਾ ਕੋਈ ਬਿਆਨ ਨਹੀਂ ਆਇਆ। ਮੈਂ ਇੱਕ ਗੱਲ ਕਹਿ ਰਿਹਾ, ਹਰੀਸ਼ ਰਾਵਤ ਜੀ ਨੇ ਕੱਲ ਇਸ ਤੇ ਸਟੇਟਮੈਂਟ ਦਿੱਤੀ ਸੀ ਕਿ ਮੇਰੀ ਉਹਨਾਂ ਨਾਲ ਗੱਲ ਹੋਈ ਆ ਤੇ ਉਹ ਵੀ ਇੱਛੁਕ ਹੈਗੇ ਨੇ, ਉਹਨਾਂ ਦਾ ਵੀ ਇੱਕ ਅੱਧੇ ਦਿਨ ਦੇ ਵਿੱਚ ਬਿਆਨ ਆ ਜਾਊਗਾ। ਜੇ ਇੱਕ ਪਰਿਵਾਰ ਨੇ ਰੱਖ ਲਈ, ਕੈਬਨਿਟ ਨੇ ਫੈਸਲਾ ਕੀਤਾ ਸੀਗਾ, ਫਿਰ ਵੀ ਵਿਚਾਰਿਆ ਗਿਆ ਲੋਕਾਂ ਦੀ ਕਚਹਿਰੀ 'ਚ, ਇਹ ਜਿਹਾ ਕੋਈ ਫੈਸਲਾ ਤਾਂ ਹੋਇਆ ਨਹੀਂ। ਜਿਵੇਂ ਆਪਾਂ ਹੁਣ ਗੋਲੀकांड ਵਾਲੇ ਮਾਮਲਿਆਂ ਦੀ ਗੱਲ ਕਰ ਲਈਏ ਜਾਂ ਹੋਰ ਕਰ ਲਈਏ, ਹਜੇ ਦੱਸਦੇ ਹੀ ਨਹੀਂ ਪਏ ਜੀ ਕਿਹਨੇ ਆਰਡਰ ਦਿੱਤੇ, ਕੀ ਹੋਇਆ। ਅੱਜ ਤੱਕ ਤਾਂ ਇਹੀ 6.5 ਸਾਲਾਂ 'ਚ ਗੱਡੀ ਗੇੜ ਪਿਆ ਹੋਇਆ। ਇੱਥੇ ਕਿਸੇ ਨੇ ਫੈਸਲਾ ਕੀਤਾ ਤਾਂ ਉਹ ਸਾਹਮਣੇ ਆ। ਤੇ ਸਾਡੀ ਪਾਰਟੀ ਦੇ ਵਿੱਚ ਇਹ ਡੈਮੋਕ੍ਰੇਸੀ ਆ ਤੇ ਉਹਨਾਂ ਨੇ ਜੇ ਆਵਾਜ਼ ਚੱਕੀ ਤਾਂ ਪਾਰਟੀ ਦੇ ਨੁਮਾਇੰਦਿਆਂ ਨੇ ਮੰਨੀ ਵੀ ਆ। ਮੈਂ ਕਿਹਾ ਜੀ ਖੁਸ਼ੀ ਸ਼ਬਦ, ਤੁਸੀਂ ਕਿਹਾ ਖੁਸ਼ੀ ਬੜੀ ਝਲਕੀ, ਪਰ ਗੱਲ ਆ ਖੁਸ਼ੀ ਆ ਚਾਹੇ ਗਮ ਹੈ, ਗੱਲ ਪਾਰਟੀ ਦੇ ਵਿਦਿਨ ਹੋਈ ਹੈ ਤੇ ਅਗਲੇ ਇੱਕ ਪਰਿਵਾਰ ਨੇ ਇੱਕ ਨੇ ਕਈ ਦੂਜੇ ਨੇ ਮੰਨ ਲਈ, ਚਾਹੇ ਔਖੇ ਹੋ ਕੇ ਮੰਗਣੀ ਚਾਹੇ ਔਖੇ ਹੋ ਕੇ ਮੰਗਣੀ, ਮੰਨ ਲਈ ਹੈ। ਜੇ ਲੋਕਾਂ ਦੀ ਭਾਵਨਾ ਮੰਨ ਲਈ ਗਈ ਹੈ ਤਾਂ ਚੈਪਟਰ ਚਲੋ ਤੁਸੀਂ ਡਿਬੇਟ 'ਚ ਜੁੜੇ ਤਾਂ ਸਹੀ, ਤੁਸੀਂ ਠੀਕ ਹੈ, ਜਿਹੜਾ ਸਪੋਕਸਪਰਸਨ ਹੁੰਦਾ ਉਹਨਾਂ ਨੇ ਪਾਰਟੀ ਨੂੰ ਜਸਟੀਫਾਈ ਕਰਨਾ ਹੁੰਦਾ ਔਰ ਬਚਣਾ ਵੀ ਹੁੰਦਾ ਬਹਿਸ ਦੇ ਵਿੱਚ ਜਿਹੜੇ ਨਿਸ਼ਾਨੇ ਲੱਗ ਰਹੇ ਹੋਣ। ਸੋ ਤੁਸੀਂ ਬਤੌਰ ਸਪੋਕਸਪਰਸਨ ਆਪਣੀ ਭੂਮਿਕਾ ਨਿਭਾ ਰਹੇ ਹੋ। ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਸ ਡਿਬੇਟ ਦੇ ਵਿੱਚ ਹਿੱਸਾ ਲਿਆ। ਬਾਕੀ ਮਹਿਮਾਨਾਂ ਦਾ ਮਾਫ ਕਰਨਾ, ਧਾਰਨੀ ਸਾਹਿਬ ਸਮਾਂ ਨਹੀਂ ਬਚਿਆ, ਕਿਸੇ ਦਿਨ ਸਹੀ ਇਹ ਮੁੱਦੇ ਲੰਬੇ ਆ, ਚੱਲਦੇ ਰਹਿਣਗੇ, ਬਹੁਤ ਕੁਝ ਡਿਸਕਸ ਹੋਣਾ ਹੈ। ਅੱਜ ਦੇ ਲਈ ਫਿਲਹਾਲ ਮੈਨੂੰ ਇੱਥੇ ਹੀ ਖਤਮ ਕਰਨੀ ਪਏਗੀ ਇਹ ਡਿਬੇਟ। ਇੱਕ ਬਹੁਤ ਛੋਟਾ ਜਿਹਾ ਬ੍ਰੇਕ, ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ।